प्राणी आयो आयो लालन प्राणी आयो आयो लालन प्राणी आयो आयो लालन प्राणी आयो है आयो लालन प्राणी आयो है आयो लालन प्राणी आयो है आयो लालन प्राणी आयो आयो लालन प्राणी आयो आयो लालन प्राणी आयो है आयो लालन प्राणी आयो आयो लालन प्राणी आयो है आयो लालन प्राणी आयो है आयो लालन आयो लालन आयो लालन प्राणी आयो लालन आयो लालन प्राणी आयो लालन आयो लालन आयो लालन आयो लालन आयो लालन जी आयो लालन प्राणी आयो लालन आयो लालन प्राणी आयो आयो लालन प्राणी आयो आयो लालन प्राणी आयो है 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 अरदासो मारी जीव पिंड सब तेरा पाओ नानक सब तेरी वड्याई कोई नो न जाने मेरा परम सत्कारयोग गुरां की साजी नवाजी साध संगत जी ਅੰਮ੍ਰਿਤ ਵੇਲੇ सतगुरु श्री गुरु ग्रंथ साहिब महाराज जी दे पावन ते पवित्र चरणा कमलों अंदर अपने जीवन दियां समुचियां घड़ियां नूं सफलियां बनाउण वास्ते रहन गवाई सोए कै दिवस गवाया खाए हीरे जैसा जन्म है कौडी बदला जाए। माँ जी कहते हीरे वर्गा जन्म है हीरे तो बद के है। महाराज कहन लगे ये मनुखा जन्म जिहड़ा है हीरे की तो तुलना ही देती है सच्चे पातशाह महाराज ने कहते हज़ारों हीरे इकट्ठे कर ली तां भी मनुखा दे ही वर्गा नहीं बनता है। हीरे तो महंगा तो कौडी बदला जाए भा कौडियां दे वेचदा है। जिन्हों समझ नहीं है ना मनुखा दही दी भी कादे वास्ते मिली है ये गंदगी खाण वास्ते गंदा बोलण वास्ते नहीं मिली है भी ओहदी ईर्खा कर ली ओहदी कर ली ओहदी कर ली। माँ जी कहते कुछ लगता नहीं ये तो यह है जिवें एक तिली नूं तुसीं डब्बी उत्ते घसाओ वो अपना आप साड़ लैंदी है बाद विच किसी नूं साड़दी है। तीली नूं जदों घसाओगे ना इसी तरह वो महाराज जी कहन लगे लकड़ां नूं बाद विच अग लगदी है पहलां अपना मुख साड़ लैंदी है। इसी तरह निंदकां दा भी सुभाव हुई है जिसदा होवे बालो कदे ना हारदा।
ਜਿਹਦੇ ਬੰਨੀ ਪ੍ਰਵੇਸ਼ਰ ਅਕਾਲ ਪੁਰਖ ਸੱਚੇ ਪਾਤਸ਼ਾਹ ਮਰ ਜਾਏ, ਉਹਨੂੰ ਕਿਤੇ ਆਪਣੇ ਪਿਆਰੇ ਨੂੰ ਪ੍ਰਮਾਤਮਾ ਹਾਰ ਨਹੀਂ ਦਿੰਦਾ ਹੈ। ਪਰ ਜੇ ਕਿਤੇ ਉਹਦਾ ਕੋਈ ਬਣਿਆ ਹੋਵੇ ਫੇਰ ਗੱਲ ਹੈ। ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ, ਭਾ ਕੌਡੀਆਂ ਦੇ ਵਿੱਚ ਹੀ ਆਣਾ, ਉਹ ਤੈਨੂੰ ਪਤਾ ਹੀ ਨਹੀਂ ਕਾਹਦੇ ਵਾਸਤੇ ਮਿਲੀ ਹੈ ਦਿਉਰੀ। ਇਹਦੇ ਵਿੱਚ ਗੰਦ ਬੰਦ ਪਾ ਕੇ ਜਿਹੜਾ ਕੁੱਤੇ ਪਸ਼ੂ ਪੰਛੀ ਨਹੀਂ ਛਕਦੇ ਹੈ, ਉਹੋ ਜਿਹੀਆਂ ਨਖਿੱਧ ਜੂਨੀਆਂ, ਉਹੋ ਜਿਹੀਆਂ ਨਖਿੱਧ ਚੀਜ਼ਾਂ ਕਹਿਣ ਤੋਂ ਭਾਵ ਪਾ ਕੇ ਇਸ ਨੂੰ ਗੰਦੀ ਕਰੀ ਜਾਂਦਾ। ਅਗਲੀ ਵਾਰੀ ਤੈਨੂੰ ਮਨੁੱਖਾ ਦੇਹੀ ਨਹੀਂ ਮਿਲਣੀ। ਹੁਣ ਮਨੁੱਖ ਕਈ ਕਹਿ ਦੇਣ ਕਿ ਮਿਲਣੀ ਹੈ, ਮਿਲੇ, ਨਹੀਂ ਮਿਲਣੀ ਨਾ ਮਿਲੇ। ਫਿਰ ਕਿਹੜੀਆਂ ਜੂਨਾਂ ਵਿੱਚ ਕੂਕਰ ਹੈ, ਕੂਕਰ ਹੈ ਕੁੱਤਾ, ਸ਼ੂਕਰ ਹੈ ਸੂਰ, ਗਰਦਬ ਹੈ ਕਾਕਾ, ਸਰਪ ਨੇ ਤੁਲਖ ਲੈ, ਕਾਂ ਦੀ, ਕੁੱਤਿਆਂ ਦੀ, ਗਧਿਆਂ ਦੀ। ਮਾਝੀ ਕਹਿੰਦੇ ਇਹ ਤਾਂ ਬਾਣੀ ਦਾ ਲੇਖ ਹੈ, ਕਿਸੇ ਦੇ ਘਰ ਦੀ ਕਲਮ ਨਹੀਂ ਹੈ। ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰ ਰਹੇ ਹਨ। ਮਹਾਰਾਜ ਜੀ ਕਹਿੰਦੇ ਉਹ ਮਨੁੱਖਾ ਤੂੰ ਇਸ ਦੀ ਕਦਰ ਕਰ, ਇਹ ਨਹੀਂ ਹੈ ਵੀ ਅਗਲੀ ਵਾਰੀ ਤੈਨੂੰ ਫੇਰ ਮਿਲ ਜੂਗੀ, ਨਹੀਂ, ਇਹ ਤਾਂ ਹੁਣੀ ਮਿਲੀ ਹੈ। ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਸੰਤ ਅਤਰ ਸਿੰਘ ਮਹਾਰਾਜ ਜੀ ਬੜੇ ਪਿਆਰ ਵਿੱਚ ਆ ਕੇ ਸਮਝਾਉਣਾ ਕਰਦੇ ਹਨ। ਉਹ ਕੀ ਕਹਿੰਦੇ ਜੀ, ਕਹਿਣ ਲੱਗੇ ਇੱਕ ਵਾਰੀ ਮਿਲੀ ਹੈ। ਹੀਰਾ ਜਨਮ ਨਹੀਂ ਥਿਉ ਨਾ ਕਰ ਲੋ ਬੇਨਤੀਆਂ, 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 ਓ ਹੀਰਾ ਜਨਮ ਨਹੀਂ ਥਿਉ ਨਾ ਕਰ ਲੋ ਬੇਨਤੀਆਂ, ਭਾਈ ਹੀਰਾ ਜਨਮ ਨਹੀਂ ਥਿਉ ਨਾ ਕਰ ਲੋ ਬੇਨਤੀਆਂ, ਹੀਰਾ ਜਨਮ ਨਹੀਂ ਥਿਉ ਨਾ ਕਰ ਲੋ ਬੇਨਤੀਆਂ, ਹੀਰਾ ਜਨਮ ਨਹੀਂ ਥਿਉ ਨਾ ਕਰ ਲੋ ਬੇਨਤੀਆਂ, ਮਾਨਸ ਜਨਮ ਦੁਰਲਭ ਹੋਏ ਨ ਬਾਰ ਬਾਰ, ਜੋ ਬਨ ਫਲ ਪਕੇ ਪੋਈ ਗਿਰੇ, ਬਾਹਰ ਨ ਲਾਗੈ ਡਾਰ, ਨਾਨਕ ਸਾਹਿਬ ਮਰਜ ਕਹਿੰਦੇ ਬਾਰ-ਬਾਰ ਨਹੀਂ ਮਿਲਦੀ, ਬਾਰ-ਬਾਰ ਫਿਰੇਗਾ 84 ਭੋਗ ਦਾ, ਲੱਭਣਾ ਨਹੀਂ ਵੈਦ ਤੈਨੂੰ ਤੇਰੇ ਰੋਗ ਦਾ। ਕਹਿੰਦੇ ਮਨੁੱਖਾ ਦੇਹੀ ਦੁਆਰੇ ਦੁਆਰੇ ਨਹੀਂ ਮਿਲਦੀ। ਲੈ ਵੀ ਲੈ ਜਾ ਪ੍ਰਸ਼ਾਦਾ, ਫਿਰ ਥਾਲ ਮਹਾਰਾਜ ਵਾਲਾ ਚੱਕ ਕੇ ਫੜਾ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪਹਿਲਾਂ ਆਪਣੇ ਪਿਤਾ ਨੂੰ ਛਕਾਇਆ। ਲੋਕ ਛਕਾਉਂਦੇ ਨੇ ਹੁਣ ਆ ਸਾਧਾਂ ਵਿੱਚ ਨਾ, ਜਦੋਂ ਭੋਜਨ ਛਕਾਉਂਦੇ ਆਪਣੇ ਬਜ਼ੁਰਗਾਂ ਦਾ, ਮਾਤਾ ਦਾ ਜਾਂ ਬਜ਼ੁਰਗਾਂ ਦਾ, ਚਲੋ ਕਿਸੇ ਦਾ ਵੀ ਛਕਾਉਣ, ਉਦੋਂ ਫਿਰ ਬੜੀ ਸ਼ੁੱਧਤਾ ਦੇ ਨਾਲ ਕੇਸ਼ੀ ਇਸ਼ਨਾਨ ਕਰਕੇ, ਨਵੇਂ ਵਸਤਰ ਪਹਿਨ ਕੇ, ਜੋੜੇ ਜੇ ਲਾਉਣਗੇ, ਪਰਾਂ ਹੱਥ ਜੇ ਧੋਣਗੇ। ਜਿਉਂਦੇ ਬਜ਼ੁਰਗ ਨੂੰ ਕਿਤੇ ਹੱਥ ਧੋ ਕੇ ਵੀ ਨਹੀਂ ਪਾਣੀ ਦਾ ਗਲਾਸ ਫੜਾਇਆ ਹੁਣ, ਜਿਉਂਦੇ ਬਜ਼ੁਰਗ ਨੂੰ। ਜਿਉਂਦੇ ਬਜ਼ੁਰਗ ਨੂੰ ਚੰਗੀ ਤਰ੍ਹਾਂ ਭਾਂਡੇ ਸਾਫ਼ ਕਰਕੇ ਵੀ ਕਿਤੇ ਭੋਜਨ ਨਹੀਂ ਛਕਾਇਆ ਹੋਣਾ। ਮਰੇ ਤੋਂ ਬਾਅਦ ਫਿਰ ਲੋਕ ਦਿਖਾਵਾ ਕਰਦੇ ਨੇ, ਲੋਕ ਵਿਖਾਵਾ। ਅੱਜ ਸਾਡੇ ਪਿਤਾ ਦਾ, ਅੱਜ ਸਾਡੇ ਪਿੱਤਰਾਂ ਦਾ ਅੱਜ ਸਰਾਧ ਸੀ, ਅਸੀਂ ਤਾਂ ਸਰਾਧ ਕਰਕੇ ਹਟੇ ਹਾਂ। ਮਹਾਰਾਜ ਜੀ ਕਹਿੰਦੇ ਇਹੀ ਕਿਤੇ ਇਸ਼ਨਾਨ ਧਿਆਨ ਕਰਕੇ ਚੰਗੀ ਤਰ੍ਹਾਂ ਜਿਉਂਦੇ ਮਾਂ-ਬਾਪ ਨੂੰ ਭੋਜਨ ਛਕਾ ਦੇ, ਜਿਉਂਦੇ ਮਾਂ-ਬਾਪ ਨੂੰ ਪਾਣੀ ਪਿਆ ਦੇ, ਚਾਹ ਪਿਆ ਦੇ। ਉਹ ਮੰਜੇ ਤੇ ਪਿਆ ਪਿਆ ਤੜਫਦਾ ਮਰ ਗਿਆ, ਤੇ ਮਗਰੋਂ ਫਿਰ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਧ ਕਰਾਈ। ਇਹੀ ਕੰਮ ਹੁਣ ਸੇਠ ਦੁਨੀ ਚੰਦ ਕਰਦਾ। 8 ਦਿਨ ਸਰਾਧ ਚੱਲਦੇ ਨੇ, 8 ਦਿਨ, ਤੇ 8 ਦਿਨ ਭੋਜਨ ਛਕਾਉਂਦਾ ਰੋਜ਼ ਘਰੇ, ਤੇ 8 ਦਿਨਾਂ ਦੇ ਵਿੱਚ ਨਵੇਂ ਕੱਪੜੇ ਪਾਉਂਦਾ ਤੜਕੇ। ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਾ ਪਹਿਲਾਂ ਤਾਂ ਕੇਸ਼ੀ ਨਹਾਉਂਦਾ, ਕਿਉਂ ਅੱਜ ਸਾਡੇ ਪਿਤਰਾਂ ਦਾ ਸਰਾਧ ਹੈ। ਪਹਿਲਾਂ ਤਾਂ ਅੰਮ੍ਰਿਤ ਵੇਲੇ ਉੱਠ ਕੇ ਕੇਸ਼ੀ ਨਹਾਉਂਦਾ, ਫਿਰ ਵਧੀਆ ਕੱਪੜੇ ਪਾਉਂਦਾ,
ਤੇ ਫਿਰ ਉਸ ਤੋਂ ਬਾਅਦ ਫਿਰ ਜਦੋਂ ਕਿਸੇ ਪਾਸੇ ਜਾਂਦਾ ਹੱਥ ਧੋਂਦਾ ਹੈ, ਜੋੜੇ ਲਾ ਦਿੰਦਾ ਪੈਰਾਂ ਦੇ ਵਿੱਚ, ਉਵੇਂ ਲੋਕ ਵੇਖ ਕੇ ਬੜਾ ਖੁਸ਼ ਹੁੰਦੇ ਨੇ ਵੀ ਅੱਜ ਬੜਾ ਇਹ ਤਾਂ ਦੇਵਤਾ ਹੀ ਬਣਿਆ ਪਿਆ ਹੈ। ਮਹਾਰਾਜ ਕਹਿਣ ਲੱਗੇ ਆ ਚੱਕ ਭੋਜਨ ਦਾ ਥਾਲ ਲੈ ਜਾ, ਉਹ ਝਾੜ ਥੱਲੇ ਤੇਰਾ ਪਿਤਾ ਬਘਿਆੜ ਦੀ ਰੂਪ ਦੇ ਵਿੱਚ ਜੂਨ ਦੇ ਵਿੱਚ ਪਿਆ, ਜਾ ਕੇ ਉਹਨੂੰ ਭੋਜਨ ਛਕਾ ਕੇ ਆ। ਮੇਰਾ ਪਿਤਾ ਬਘਿਆੜ? ਕਹਿੰਦੇ ਹਾਂ, ਜਾ ਛੇਤੀ। ਪਿਤਾ ਕਹਿ ਕੇ ਆਵਾਜ਼ ਮਾਰੀ, ਬਘਿਆੜ ਹੈ। ਨਾਲ ਦੋ ਚਾਰ ਹੋਰ ਸੇਵਾਦਾਰ ਲੈ ਲਏ, ਭਾਈ ਮਰਦਾਨਾ ਜੀ ਵੀ ਨਾਲ, ਕਹਿੰਦੇ ਚਲੋ। ਮਹਾਰਾਜ ਕਹਿੰਦੇ ਜਾ ਮਰਦਾਨੇ ਤੂੰ ਵੀ ਜਾ ਕੇ ਆ। ਬਾਗੇ ਦੇਖਿਆ ਬਘਿਆੜ ਪਿਆ, ਲੱਕਾ ਨਾਲ ਲੱਗਿਆ ਪਿਆ, ਸੁੱਕਿਆ ਪਿਆ, ਇਸ ਤਰ੍ਹਾਂ ਹੌਂਕਦਾ, ਝਾੜ ਦੇ ਥੱਲੇ ਪਿਆ। ਦੁਨੀ ਚੰਦ ਸੇਠ ਨੇ ਜਾ ਕੇ ਆਵਾਜ਼ ਮਾਰੀ, ਪਿਤਾ ਜੀ। ਉੱਠ ਕੇ ਬੈਠ ਗਏ ਕਿ ਲੱਗਦੀ ਮੈਨੂੰ ਪਿਤਾ ਜੀ। ਉਹਦੇ ਵਿੱਚ ਜਿਹੜੀ ਹੈ ਨਾ ਉਹ ਸਤਾ ਮਨੁੱਖਾਂ ਵਾਲੀ ਆ ਗਈ। ਪਿਤਾ ਜੀ ਉੱਠੋ, ਭੋਜਨ ਛਕੋ, ਮੈਂ ਤੁਹਾਡੇ ਵਾਸਤੇ ਭੋਜਨ ਲੈ ਕੇ ਆਇਆ। ਉਹਨੂੰ ਜਵਾਨ ਦੇਤੀ, ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਦਲੇ ਭਵਨ ਤੇਰੇ ਭਵਨ ਸੂਝਿਆ, ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਤੇ ਉੱਠ ਕੇ ਉਹ ਜਿਹੜਾ ਬਘਿਆੜ ਬੈਠ ਗਿਆ। ਸੇਠ ਦੁਨੀ ਚੰਦ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਿਆ। ਬਘਿਆੜ ਬੋਲਿਆ, ਪੁੱਤਰਾ ਉਹ ਤੈਨੂੰ 8 ਦਿਨ ਹੋ ਗਏ ਘਰ ਵਿੱਚ ਜੱਗ ਕਰਦੇ ਨੂੰ, ਪੁੰਨ ਦਾਨ ਕਰਦੇ ਨੂੰ, ਤੇ ਮੈਨੂੰ 8 ਦਿਨ ਹੋ ਗਏ ਭੁੱਖੇ ਨੂੰ। ਦੇਖੋ ਇਤਿਹਾਸਕ ਸਾਖੀ ਹੈ ਨਾ, ਬਣਾਈ ਤਾਂ ਨਹੀਂ ਹੈ, ਇਤਿਹਾਸਕ ਸਾਖੀ ਹੈ। ਜੇ ਨਖਿੱਧ ਜੂਨੀਆਂ ਦੇ ਵਿੱਚ ਪਏ ਹੋਏ ਗੁਰੂ ਨਾਨਕ ਨੇ ਪਛਾਣ ਲਿਆ ਸੇਠ ਦੁਨੀ ਚੰਦ ਦੇ ਪਿਤਾ ਨੂੰ, ਤੇ ਫਿਰ ਕਹਿਣ ਤੋਂ ਭਾਵ ਹੈ ਨਖਿੱਧ ਜੂਨੀਆਂ ਹੈ, ਸ਼ੰਕਾ ਨਹੀਂ ਕਰ ਸਕਦੇ ਹੈ। ਤੇ ਪਛਾਣਨ ਵਾਲਾ ਕੌਣ ਹੈ? ਗੁਰੂ ਨਾਨਕ ਹੈ। ਗੁਰੂ ਨਾਨਕ ਹੀ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਤੇ ਅੱਗੇ ਦੋਜਗ ਸੁਣਿਆ ਤਪੀਐ, ਹੂਲ ਪਵੈ ਕਹਾ, ਹਿਕਰਾਂ ਨੂੰ ਸਭ ਸੋਝੀ ਆਈ। ਜਿਨ੍ਹਾਂ ਨੂੰ ਸੋਝੀ ਆ ਗਈ ਵੀ ਮਨੁੱਖਾ ਦੇਈ ਕਾਹਦੇ ਵਾਸਤੇ ਮਿਲੀ ਹੈ, ਉਹ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਕਹਿੰਦੇ ਨੇ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਨਾ ਨੂੰ ਸੋਝੀ ਆ ਗਈ ਹੈ, ਸੋਝੀ ਆ ਗਈ ਹੈ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਫਿਰਦੇ ਬੇਪਰਵਾਹ, ਇੱਕ ਨਾ ਨੂੰ ਸੋਝੀ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਫਿਰਦੇ ਬੇਪਰਵਾਹ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਫਿਰਦੇ ਬੇਪਰਵਾਹ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਨਾ ਨੂੰ ਸੋਝੀ ਆ ਗਈ ਹੈ, ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਫਰੀਦਾਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਾਹ ਉਗਾਹ। ਮੱਝ ਕਹਿੰਦੇ ਅੱਗੇ ਅੱਗਾ ਹੈ, ਇਹ ਨਹੀਂ ਹੈ ਵੀ ਖਤਮ ਹੈ, ਅੱਗਾ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਕਹਿਣ ਤੇ ਫਿਰ ਭੋਜਨ ਛਕਾਇਆ ਸੇਠ ਦੁਨੀ ਚੰਦ ਦੇ ਪਿਤਾ ਬਘਿਆੜ ਦੇ ਰੂਪ ਵਿੱਚ ਪਏ। ਗੁਰੂ ਨਾਨਕ ਦੇ ਹੱਥਾਂ ਦਾ ਭੋਜਨ ਉਸ ਦੁਨੀ ਚੰਦ ਦੇ ਪਿਤਾ ਬਘਿਆੜ ਦੇ ਰੂਪ ਦੇ ਵਿੱਚ ਪਏ ਨੇ ਛਕਿਆ। ਛਕ ਕੇ ਉਹਦੀ ਕਾਇਆ ਜਿਹੜੀ ਕਲਪਤ ਹੋ ਗਈ, ਜਿਹੜੀਆਂ ਟੇਢੀਆਂ ਜੁਨੀਆਂ ਵਿੱਚ ਫਿਰਦਾ ਸੀ, ਉਹਨੂੰ ਮੁਕਤੀ ਮਿਲ ਗਈ, ਨਜਾਤ ਮਿਲ ਗਈ। ਤੇ ਅਗਲੀ ਗੱਲ ਫਿਰ ਕਹੀ, ਕਹਿਣ ਲੱਗੇ ਤੇਰੇ ਘਰ ਪਤਾ ਕੌਣ ਆਇਆ? ਤੇਰੇ ਘਰ ਉਹ ਦੁਨੀਆ ਦਾ ਮਾਲਕ ਆਇਆ, ਸਾਰੀ ਦੁਨੀਆ ਦਾ ਮਾਲਕ। ਦੇਖੀ ਕਿਤੇ ਹੁਣ ਲੰਘਾਣਾ ਦਾ ਹੀ ਮੌਕਾ, ਮੇਰੀ ਮੁਕਤੀ ਕਰਦੀ, ਹੁਣ ਆਪਣੀ ਮੁਕਤੀ ਕਰਾ ਲਈ। ਸੇਠ ਦੁਨੀ ਚੰਦ ਪੁੱਛਦਾ, ਤੁਸੀਂ ਏਡੇ ਵੱਡੇ ਵਿਦਵਾਨ ਪੰਡਤ, ਏਡੀ ਵੱਡੀ ਤੁਹਾਡੇ ਕੋਲੇ ਕਲਾ, ਤੇ ਆ ਨਖਿੱਧ ਜੁਨੀ ਕਹਿਣ ਲੱਗੇ ਅੰਤ ਸਮਾਂ ਸੀ ਮੇਰਾ, ਅੰਤ ਸਮੇਂ ਮੇਰਾ ਖਿਆਲ ਚਲਿਆ ਗਿਆ ਕਿੱਧਰ? ਗੁਆਂਢੀਆਂ ਦੇ ਘਰੇ ਮਾਸ ਰਿੱਝਦਾ ਸੀ, ਮਾਸ। ਮੇਰੀ ਸੁਰਤੀ ਉਧਰ ਚਲੀ ਗਈ, ਮਨ ਵਿੱਚ ਆਇਆ ਹੁਣ ਮਰ ਤਾਂ ਜਾਣੇ, ਜੇ ਮਾਸ ਖਾ ਲੈਂਦੇ ਥੋੜਾ ਜਿਹਾ ਫੇਰ ਨਾ ਠੀਕ ਰਹਿੰਦੇ। ਪਰਮਾਤਮਾ ਨੇ ਕਿਹਾ ਤੇਰੇ ਚੰਗੇ ਖਿਆਲ ਸੀ, ਤੂੰ ਬੜਾ ਵਿਦਵਾਨ ਸੀ, ਚੰਗਾ ਲੈ ਮਾਸ ਖਾਣ ਵਾਸਤੇ ਤੈਨੂੰ ਇਹ ਜੂਨੀ ਪ੍ਰਾਪਤ ਹੋਊਗੀ ਬਘਿਆੜ ਦੀ, ਹੁਣ ਤੂੰ ਮਾਸ ਖਾ ਲਾ।
जिन्ना मर्जी खा ला, रज के खा ला। ओ पुत्रा मेरी तो मुक्ति करती, पर हुण तेरे घर गुरु नानक आया है, तेरे घर गुरु नानक आया है, तेरे घर गुरु नानक आया है, घर गुरु नानक आया, तेरे घर गुरु नानक आया है, 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 घर गुरु नानक आया है, तेरे घर गुरु नानक आया है। जाके सेवक माला है, तेरे घर गुरु नानक आया है, तेरे घर गुरु नानक आया है, तू जाके सेवक वाला है, तेरे घर गुरु नानक आया है, घर गुरु नानक आया है, तुम्हारा तेरे घर गुरु नानक आया है, घर गुरु नानक आया है। सेठ धुनी चंद ते पिता दे चरणा ते नमस्कार करी। पिता ने आख्या मैं तो चलिया, हुण सचखंड मेरा जूनी मेरा जड़ा वो जन्म सी कट दिता गुरु नानक ने। हुण तू गुरु नानक दे घर दा बन जा, गुरु नानक नूं पछाण लै, वो खुद दुनिया दा मालक आया। उधरों भी ज्ञान हो गया, इधरों भी ज्ञान हो गया। हुण भज्या आया गुरु नानक दे चरणा ते डिग पिया, सच्चे पातशाह किरपा कर दिओ, हाँ अपराधी गुनाहगार, हाँ बेमुख मंदा, चोर जार जुआरिया पर दरबर हिंदा, विश्वास घाती ओ करत कण मैं कोई ना रखंदा, सिमर मरीदा ढाडिया सतगुर बख्शंदा। ते प्यार विच आके गुरु नानक दे चरण फड़ ले, सच्चे पातशाह किरपा कर दो, जिमें मेरे पिता दी मुक्ति करती इसे तरह हुण मेरी भी मुक्ति कर दिओ। श्राद्ध खवाओ, जरूर खवाने चाहिए, किसी का भला हुंदा है, कोई भोजन छक के जाओगे तो अंदर सीस देणगियां। माड़ा नहीं कहते भी माड़ा है भी ना खवाओ, चंगा है खवाओ, पर यह ना होवे भी आही 8 दिनों दे विच 9 दिनों दे विच जितना भी हुंदे ने, चलो भी इन्ने के दिनों च एक दिन पिता नूं याद करके रोटी खवा ली, फिर अगले साल ते चलिया गया काम। नहीं जे याद करना तो रोज ही पिता नूं याद करना, ओदी याद भुले ना, ओदी याद हर वक्त पिता दी, उस माता दी याद हर वक्त मन विच बनी रवे। ते फिर बाबा फरीद जी लिखते ने, किथे तैंडे मापिया जिनी तू जानोए, तै पासों लद गए तू अजे ना बती नहीं होए। सेठ दुनी चंद नूं जदों पता लग गया वो मेरा पिता अज गुरु नानक ने मुक्त कर दिता, ते पढ़दा है पिता जी गुरु नानक नूं कहना, महाराज मेरा पिता हुण कित्थे मिलूगा? कहंदे हुण तां वो गया परमात्मा दी दरगाह दे विच, सच्चे पातशाह किरपा कर दिओ। ते उही तालना फिर दोहरा लिओ प्यार दे विच। जो अज पिता नूं अज मां नूं याद करदा कौन? दुनी चंद सेठ। ते कहंदा कितों मिल जाणगे? कहंदे मिलदे मुलदे किते नहीं, किते हट्टियों मुल नहीं मिलदे। महाराज किते होर दस पा दे, मैं उत्थों लिया पैसे खरीद ला दूंगा, सारे घर बार बेच दूंगा मैं सारा। महाराज जी कहंदे इस तरह नहीं मिलते, किते हट्टियां मुल नहीं मिलदे सज्जना मापे वे, हट्टियों मुल नहीं मिलदे सज्जना मापे वे, हट्टियों मुल नहीं मिलदे सज्जना मापे वे, हट्टियों मुल नहीं मिलदे सज्जना मापे वे, किते हट्टियों मुल नहीं मिलदे सज्जना मापे वे, हट्टियों मुल नहीं मिलदे सज्जना मापे वे, किते हट्टियों मुल नहीं मिलदे सज्जना मापे वे, बोली मिलदे सज्जना मापे वे, हट्टियों मुल नहीं मिलदे सज्जना मापे वे,
ਹਟਿਓ ਮੁੱਲ ਨੀ ਮਿਲਦੇ ਸਜਣਾ ਮਾਪੇ ਵੇ ਹੱਟੀਆਂ ਮੁੱਲ ਨਹੀਂ ਮਿਲਦੇ ਸਜਣਾ ਮਾਪੇ ਵੇ ਹਟਿਓ ਮੁੱਲ ਨੀ ਮਿਲਦੇ ਸਜਣਾ ਮਾਪੇ ਵੇ ਚਲੋ ਖੈਰ ਕਹਿਣ ਤੋਂ ਭਾਵ ਸਿਰ ਦੁਨੀ ਚੰਦ ਦੇ ਪਿਤਾ ਦਾ ਭਲਾ ਕੀਤਾ, ਬੜੇ ਪਿਆਰ ਵਿੱਚ ਆ ਕੇ ਸੇਠ ਦੁਨੀ ਚੰਦ ਸਿੱਖੀ ਦੀ ਦਾਤ ਦਿੱਤੀ। ਫਿਰ ਇਤਿਹਾਸ ਵਿੱਚ ਇਹੀ ਜ਼ਿਕਰ ਮਿਲਦਾ ਹੈ, ਕਰੋੜੀ ਮੱਲ ਸੇਠ ਹੋਇਆ, ਇੱਕ ਸੇਠ ਦੁਨੀ ਚੰਦ ਹੋਇਆ, ਜਿਨ੍ਹਾਂ ਦੀ ਫਿਰ ਇਹ ਧਰਤੀ ਸੀ, ਜਿਨ੍ਹਾਂ ਨੇ ਕਹਿ ਦਿੱਤਾ ਸੱਚੇ ਪਾਤਸ਼ਾਹ ਇਹ ਧਰਤੀ ਸਾਰੀ ਤੁਹਾਡੀ ਹੈ। ਤੇ ਮਹਾਰਾਜ ਜੀ ਕਹਿਣ ਲੱਗੇ ਠੀਕ ਹੈ ਜੇ ਧਰਤੀ ਸਾਡੀ ਹੈ। ਸੇਠ ਨੇ ਕਿਹਾ ਸੱਚੇ ਪਾਤਸ਼ਾਹ ਇੱਥੇ ਆਪਦੇ ਨਾਂ ਤੇ ਨਗਰ ਵਸਾ ਦਿਓ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਮੇਰੇ ਨਾਂ ਤੇ ਨਹੀਂ ਨਗਰ ਵਸਦਾ, ਮੈਂ ਨਗਰ ਵਸਾਊਂਗਾ। ਕਿਹਦੇ ਨਾਂ ਤੇ? ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਕਹਿੰਦੇ ਫਿਰ ਕਰਤਾਰਪੁਰ ਦੀ ਧਰਤੀ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਫਿਰ ਜਿਹੜਾ ਉਹ ਵਸਾਉਣੀ ਕੀਤੀ ਹੈ। ਇਸ ਕਰਕੇ ਆਓ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਿੱਥੇ ਇਤਿਹਾਸਕ ਦਿਨ ਨੇ ਉੱਥੇ ਸ਼ਰਧਾ ਦੇ ਦਿਨ ਇਹ ਵੀ ਚੱਲ ਰਹੇ ਨੇ। ਆਓ ਜਿਤਨੀ ਕਿ ਸਮਾਂ ਬਖਸ਼ਿਆ ਬੁੱਧ ਮਹਾਰਾਜ ਜੀ ਨੇ ਵਿਚਾਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ। ਰਾਮ ਕਲੀ ਮਹਲਾ ਤੀਜਾ। ਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਕੀ ਮਨ ਬਦੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਰਬਦ ਗਾਵਣੀਆਂ ਆਈਆਂ। ਤਾ ਗਾਵੋ ਹਰੀ ਕੇ ਮਨ ਜਿਨੀ ਵਸਾਵਾ। ਕਹਿ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ। ਹਰ ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਨਾ। ਕਰੇ ਤੇਰਾ ਕਾਜ ਸਭ ਸਵਾਰਨਾ। ਅਗਲਾ ਸਿਮਰਤ ਸੁਆਮੀ ਸੁਖ ਮਨ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ। ਜਾਤੇ ਜਾਏਗਾ ਕਿਆ ਨਹੀਂ ਕਰਤੇ ਰਹਿ ਤੇਰਾ ਸਭ ਕੁਛ ਹੈ ਜਿਦੇ ਸੋ ਪਾਵੇ। ਸਦਾ ਜਿਵ ਜ਼ਿਲਾ ਤੇਰੀ ਨਾਮ ਮਨ ਵਿਸਾਵੇ। ਮਨ ਵਸਿਆ ਬਾਜੇ ਸ਼ਬਦ ਤਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਆਇਆ ਦਾਰੂ ਦਾਤ ਨਾਮ ਆਧਾਰ। ਰਾਜਨ ਭੁੱਖਾਂ ਸਭ ਗਵਾਈਆਂ। ਕਰ ਜਾਂਦ ਦੁਖ ਮਨ ਆਏ ਵਸਿਆ ਜਿਨੀ ਇੱਛਾ ਸਭ ਜਾਈਆਂ। ਆ ਕੁਰਬਾਨ ਕੀਤਾ ਰੋਟੋ ਜਿਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਨਾਮ ਮੇਰਾ ਆਧਾਰੋ ਅਜੇ ਪੰਜ ਸ਼ਬਦ ਜਿਤ ਕਰ ਸੁਭਾਗੈ। ਵਾਜ ਬਾਗਾ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਦੁਖ ਬਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਜਨ ਕੋ ਸੇਨਾ ਮਹਰ ਕਾ ਲਾਗੇ। ਨਾਨਕ ਤੈ ਸੁਖਵਾ ਕਰਿਆ ਨਾਦ ਬਾਜੀ। ਨਦ ਸੁਨੋ ਬੜ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ ਉਤਰੇ ਦਲ ਦੂਰੇ। ਰੋਗ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਾਜਨ ਭਏ ਦਰਦੇ ਪੂਰੇ ਗੁਰ ਤੇ ਜਾਣੀ। ਸੁਣਤੇ ਬਨਿ ਗਾਇਤੇ ਪਵਿੱਤ ਸਤ ਗੁਰਿਆ ਭਰਪੂਰੇ। ਗੁਰ ਚਰਨ ਲਾਗੇ ਵਾਜੇ ਹਰ ਤੂਰੇ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।